ਗੁਰੂ ਅਮਰਦਾਸ ਜੀ ਦੀ ਉਪਮਾ ਇੰਨੀ ਵੱਧ ਗਈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਰੋਜ਼ ਦਰਸ਼ਨਾਂ ਨੂੰ ਆਉਂਦੀ। ਪਰ ਇਸ ਸਭ ਕੁਝ ਨੂੰ ਗੁਰੂ ਅੰਗਦ ਦੇਵ ਜੀ ਦੇ ਛੋਟੇ ਪੁੱਤਰ ਦਾਤੂ ਜੀ ਬਰਦਾਸ਼ਤ ਨਹੀਂ ਸੀ ਕਰ ਰਹੇ। ਬ੍ਰਾਹਮਣਾਂ ਦੇ ਆਖੇ ਲੱਗ ਬਾਬਾ ਦਾਤੂ ਇੱਕ ਦਿਨ ਕੁਝ ਬ੍ਰਾਹਮਣਾਂ ਨੂੰ ਨਾਲ ਲੈ ਕੇ ਘੋੜੇ ਤੇ ਚੜ੍ਹ ਕੇ ਗੋਇੰਦਵਾਲ ਆਇਆ। ਉਸ ਸਮੇਂ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਅਤੇ ਸੈਂਕੜੇ ਸੰਗਤਾਂ ਹਾਜ਼ਰੀ ਭਰ ਰਹੀਆਂ ਸਨ। ਬਾਬਾ ਦਾਤੂ ਨੇ ਜਦ ਗੁਰੂ ਸਾਹਿਬ ਦਾ ਇਹ ਜਲੌ ਵੇਖਿਆ ਤਾਂ ਉਹ ਸੜ ਭੁੱਜ ਗਿਆ। ਉਹ ਘੋੜੇ ਤੋਂ ਉਤਰਿਆ ਤੇ ਸਿੱਧਾ ਗੁਰੂ ਜੀ ਵੱਲ ਗਿਆ। ਉਸਨੇ ਗੁੱਸੇ ਵਿੱਚ ਆ ਕੇ ਇੱਕ ਲੱਤ ਗੁਰੂ ਜੀ ਦੇ ਮਾਰੀ। ਗੁਰੂ ਜੀ ਤਖਤ ਤੋਂ ਹੇਠਾਂ ਡਿੱਗ ਪਏ ਅਤੇ ਬਾਬਾ ਦਾਤੂ ਜੀ ਆਪ ਤਖਤ ਤੇ ਬੈਠ ਗਏ। ਫਿਰ ਗੁਰੂ ਜੀ ਦੇ ਉਸ ਵੱਲ ਤੱਕ ਕੇ ਕਿਹਾ, ਤੁਸੀਂ ਅਜਿਹੀ ਖੇਚਲ ਕਿਉਂ ਕੀਤੀ? ਕਿਤੇ ਤੁਹਾਡੇ ਪੈਰ ਨੂੰ ਸੱਟ ਤਾਂ ਨਹੀਂ ਲੱਗੀ? ਮੇਰਾ ਸਰੀਰ ਤਾਂ ਸੇਵਾ ਕਰਦਿਆਂ ਕਰਦਿਆਂ ਹੱਡੀਆਂ ਹੀ ਰਹਿ ਗਿਆ ਹੈ ਅਤੇ ਸਖਤ ਹੋ ਗਿਆ ਹੈ। ਪਰ ਬਾਬਾ ਦਾਤੂ ਨੂੰ ਇਸ ਬਾਰੇ ਕੋਈ ਪਛਤਾਵਾ ਨਾ ਹੋਇਆ। ਉਸ ਕਈ ਪ੍ਰਕਾਰ ਦੇ ਬੋਲ ਕਬੋਲ ਬੋਲੇ। ਗੁਰੂ ਜੀ ਉੱਠ ਕੇ ਆਪਣੇ ਚੁਬਾਰੇ ਵਿੱਚ ਚਲੇ ਗਏ। ਜਾਣ ਲੱਗੇ ਉਹ ਸੰਗਤਾਂ ਨੂੰ ਸ਼ਾਂਤ ਰਹਿਣ ਲਈ ਕਹਿ ਗਏ। ਪਰ ਕੁਝ ਸਮੇਂ ਬਾਅਦ ਹੀ ਬਾਬਾ ਦਾਤੂ ਨੇ ਦੇਖਿਆ ਕਿ ਉਸ ਸਾਹਮਣੇ ਕੋਈ ਸਿੱਖ ਵੀ ਮੌਜੂਦ ਨਹੀਂ ਸੀ। ਕ੍ਰੋਧ ਵਿੱਚ ਆ ਕੇ ਉਸਨੇ ਸਾਰਾ ਚੜਾਵਾ ਸਾਂਭ ਲਿਆ ਤੇ ਕੀਮਤੀ ਸਮਾਨ ਲੁੱਟ ਲਿਆ। ਇਹ ਸਭ ਕੁਝ ਸੰਭਾਲ ਕੇ ਉਹ ਖਡੂਰ ਸਾਹਿਬ ਨੂੰ ਚਲਾ ਗਿਆ। ਗੁਰੂ ਅਮਰਦਾਸ ਜੀ ਅਗਲੇ ਦਿਨ ਸਵਖਤੇ ਉੱਠੇ ਅਤੇ ਘੋੜੀ ਉੱਤੇ ਬੈਠ ਕੇ ਬਾਸਰ ਕੇ ਚਲੇ ਗਏ। ਉੱਥੇ ਜਾ ਕੇ ਉਹ ਪਿੰਡ ਤੋਂ ਬਾਹਰ ਇਕਾਂਤ ਵਿੱਚ ਬਣੇ ਇੱਕ ਕੋਠੇ ਵਿੱਚ ਬਰਾਜ ਗਏ। ਦਰਵਾਜ਼ੇ ਉੱਤੇ ਉਹਨਾਂ ਲਿਖ ਦਿੱਤਾ ਕਿ ਜੇ ਕੋਈ ਇਸ ਦਰਵਾਜ਼ੇ ਰਾਹੀਂ ਅੰਦਰ ਆਵੇਗਾ ਤਾਂ ਨਾ ਉਹ ਮੇਰਾ ਸਿੱਖ ਹੋਵੇਗਾ, ਨਾ ਹੀ ਮੈਂ ਉਸ ਦਾ ਗੁਰੂ। ਗੋਇੰਦਵਾਲ ਜਦ ਸਵੇਰੇ ਭਾਈ ਬਲੂ ਇਸ਼ਨਾਨ ਕਰਵਾਉਣ ਲਈ ਸੇਵਾ ਵਾਸਤੇ ਗਏ ਤਾਂ ਉਹਨਾਂ ਵੇਖਿਆ ਕਿ ਗੁਰੂ ਜੀ ਚੁਬਾਰੇ ਵਿੱਚ ਨਹੀਂ ਸਨ। ਤਬੇਲੇ ਵਿੱਚ ਜਦ ਉਹਨਾਂ ਦੇਖਿਆ ਤਾਂ ਉਹਨਾਂ ਦੀ ਘੋੜੀ ਵੀ ਗਾਇਬ ਸੀ। ਜਦ ਬਾਕੀ ਸਿੱਖ ਸੰਗਤਾਂ ਨੂੰ ਪਤਾ ਲੱਗਾ ਤਾਂ ਸਾਰੇ ਬਹੁਤ ਬੇਚੈਨ ਹੋ ਗਏ। ਇਸ ਸਭ ਕੁਝ ਦਾ ਜ਼ਿੰਮੇਵਾਰ ਉਹ ਬਾਬਾ ਦਾਤੂ ਨੂੰ ਸਮਝਦੇ ਸਨ। ਇਸ ਲਈ ਸਾਰੇ ਬਾਬਾ ਦਾਤੂ ਨੂੰ ਬਦ ਅਸੀਸਾਂ ਦੇਣ ਲੱਗੇ। ਬਾਬਾ ਦਾਤੂ ਵੀ ਜਦ ਗੁਰੂ ਘਰ ਦਾ ਕੀਮਤੀ ਮਾਲ ਲੁੱਟ ਕੇ ਖਡੂਰ ਸਾਹਿਬ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਡਾਕੂਆਂ ਨੇ ਆ ਘੇਰਿਆ। ਉਹਨਾਂ ਨੇ ਉਸ ਦਾ ਸਾਰਾ ਮਾਲ ਲੁੱਟ ਲਿਆ ਅਤੇ ਉਸ ਦੀ ਸੱਜੀ ਲੱਤ ਤੇ ਐਸੀ ਡਾਂਗ ਮਾਰੀ ਕਿ ਉਸ ਦੇ ਪੈਰ ਦੀ ਹੱਡੀ ਹੀ ਟੁੱਟ ਗਈ ਅਤੇ ਉਹ ਕੁਰਲਾਉਂਦਾ ਹੋਇਆ ਘਰ ਪੁੱਜਿਆ। ਇੱਧਰ ਗੋਇੰਦਵਾਲ ਵਿੱਚ ਜਦ ਸੰਗਤਾਂ ਨੂੰ ਗੁਰੂ ਦੇ ਦਰਸ਼ਨ ਨਾ ਹੋਏ ਤਾਂ ਗੁਰੂ ਦੀ ਭਾਲ ਕਰਨ ਲਈ ਉਹ ਬਾਬਾ ਬੁੱਢਾ ਜੀ ਪਾਸ ਗਏ। ਬਾਬਾ ਬੁੱਢਾ ਜੀ ਗੋਇੰਦਵਾਲ ਆ ਗਏ। ਸੰਗਤਾਂ ਨੂੰ ਤਸੱਲੀ ਹੋਈ ਕਿਉਂਕਿ ਉਹ ਜਾਣਦੇ ਸਨ ਬਾਬਾ ਬੁੱਢਾ ਜੀ ਨੂੰ ਇਹ ਵਰ ਮਿਲਿਆ ਸੀ ਕਿ ਕਦੇ ਤੁਸਾਂ ਤੋਂ ਓਲੇ ਨਾ ਹੋਸਾਂ। ਬਾਬਾ ਬੁੱਢਾ ਜੀ ਨੇ ਸੰਗਤ ਤੋਂ ਆ ਕੇ ਪੁੱਛਿਆ ਕਿ ਘੋੜੀ ਕਿੱਥੇ ਹੈ ਜਿਸ ਉੱਪਰ ਗੁਰੂ ਜੀ ਚੜ੍ਹ ਕੇ ਗਏ ਸਨ। ਸਿੱਖਾਂ ਨੇ ਉਸ ਘੋੜੀ ਨੂੰ ਲਿਆ ਹਾਜ਼ਰ ਕੀਤਾ। ਬਾਬਾ ਬੁੱਢਾ ਜੀ ਨੇ ਉਸ ਘੋੜੀ ਨੂੰ ਛੱਡ ਦੇਣ ਲਈ ਕਿਹਾ। ਘੋੜੀ ਅੱਗੇ ਅੱਗੇ ਚੱਲ ਪਈ ਅਤੇ ਪਿੱਛੇ ਪਿੱਛੇ ਬਾਬਾ ਬੁੱਢਾ ਜੀ ਦੇ ਨਾਲ ਚੋਣਵੇਂ ਸ਼ਰਧਾਲੂ ਸਿੱਖ ਚੱਲ ਪਏ। ਘੋੜੀ ਪਿੰਡ ਬਾਸਰਕੇ ਦੇ ਬਾਹਰ ਇੱਕ ਕੋਠੇ ਦੇ ਸਾਹਮਣੇ ਜਾ ਰੁਕੀ। ਜਦ ਸਿੱਖ ਦਰਵਾਜ਼ੇ ਵੱਲ ਵਧੇ ਅਤੇ ਉਸ ਉੱਤੇ ਲਿਖੇ ਸ਼ਬਦ ਪੜ੍ਹੇ ਤਾਂ ਸਾਰੇ ਉਦਾਸ ਚਿੱਤ ਹੋ ਪਿਛਾਂਹ ਹਟ ਗਏ। ਪਰ ਬਾਬਾ ਬੁੱਢਾ ਜੀ ਨੇ ਕਿਹਾ, ਉਦਾਸ ਹੋਣ ਦੀ ਕੋਈ ਗੱਲ ਨਹੀਂ, ਕੋਠੇ ਦੇ ਪਿੱਛੋਂ ਦੀ ਸੰਨ ਲਾਵੋ। ਝੱਟ ਹੀ ਸਾਰੀ ਸੰਗਤ ਇਸ ਕਾਰਜ ਵਿੱਚ ਰੁੱਝ ਗਈ। ਰਾਹ ਬਣ ਜਾਣ ਉੱਤੇ ਅੰਦਰ ਲੰਘ ਗਏ। ਗੁਰੂ ਜੀ ਉਸ ਸਮੇਂ ਸਮਾਧੀ ਵਿੱਚ ਬੈਠੇ ਸਨ। ਸਮਾਧੀ ਖੁੱਲ੍ਹਣ ਤੇ ਸਭ ਨੇ ਮੱਥਾ ਟੇਕਿਆ। ਗੁਰੂ ਜੀ ਨੇ ਨਾਰਾਜ਼ ਹੋ ਕੇ ਕਿਹਾ ਕਿ ਤੁਸੀਂ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ। ਪਰ ਬਾਬਾ ਬੁੱਢਾ ਜੀ ਨੇ ਕਿਹਾ, ਅਸੀਂ ਹੁਕਮ ਦੀ ਉਲੰਘਣਾ ਨਹੀਂ ਕੀਤੀ, ਪਿੱਛੋਂ ਦੀ ਆਏ ਹਾਂ। ਫਿਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਗੋਇੰਦਵਾਲ ਵਾਪਸ ਜਾਣ ਦੀ ਬੇਨਤੀ ਕੀਤੀ। ਗੁਰੂ ਜੀ ਸਿੱਖਾਂ ਦੇ ਕਹਿਣ ਉੱਤੇ ਅੰਤ ਮੰਨ ਗਏ। ਗੁਰੂ ਜੀ ਨੂੰ ਉਹਨਾਂ ਦੀ ਆਪਣੀ ਘੋੜੀ ਉੱਤੇ ਚੜ੍ਹਾ ਕੇ ਗੋਇੰਦਵਾਲ ਵਾਪਸ ਲਿਆਂਦਾ ਗਿਆ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ।